ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਸਭੇ ਸੁਖ ਪਏ ਪ੍ਰਭ ਤੁਠੇ, ਗੁਰਪੂਰੇ ਕੇ ਚਰਨ ਮਨ ਵਠੇ। ਸਹਿਜ ਸਮਾਧ ਲਗੀ ਲਿਵ ਅੰਤਰ, ਸੋਈ ਰਸ ਸੋਈ ਜਾਣੇ ਜੀਓ। ਅਗਮ ਅਗੋਚਰ ਸਾਹਿਬ ਮੇਰਾ, ਕਟ ਕਟ ਅੰਤਰ ਵਰਤੇ ਨੇਰਾ। ਸਦਾ ਅਲਪਿਤ ਜੀ ਕਾ ਦਾਤਾ, ਕੋ ਵਿਰਲਾ ਆਪ ਪਛਾਣੇ ਜੀਓ। ਪ੍ਰਭ ਮਿਲਨੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੇ ਭਾਣੇ ਜੀਓ। ਹੱਥੀ ਦਿੱਤੀ ਪ੍ਰਭ ਦੇਵਨ ਹਾਰੇ, ਜਨਮ ਮਰਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਹੱਥੀ ਦਿੱਤੀ ਪ੍ਰਭ ਦੇਵਨ ਹਾਰੇ, ਜਨਮ ਮਰਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਕਿਸੇ ਵਡਭਾਗੀ ਉੱਤੇ ਪਰਮਾਤਮਾ ਪ੍ਰਸੰਨ ਹੋਵੇ ਤਾਂ ਸਭ ਦੁੱਖ ਦੂਰ ਹੋ ਜਾਂਦੇ ਹਨ ਅਤੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜੀ। ਅਤੇ ਉਸ ਦੀ ਮਿਹਰ ਨਾਲ ਪੂਰੇ ਗੁਰੂ ਦੇ ਚਰਨ ਉਸ ਦੇ ਮਨ ਹਿਰਦੇ ਵਿੱਚ ਆ ਵਸਦੇ ਹਨ ਜੀ। ਉਸ ਸਾਧਕ ਦੀ ਅੰਤਰ ਆਤਮਾ ਵਿੱਚ ਲਿਵ ਲੱਗ ਜਾਂਦੀ ਹੈ ਜੀ। ਪਰ ਉਸ ਆਨੰਦ ਨੂੰ ਉਹੀ ਗੁਰਮੁਖ ਸਮਝਦਾ ਹੈ ਜਿਸ ਦੇ ਅੰਦਰ ਪਰਮਾਤਮਾ ਮਿਲਾਪ ਦੀ ਲਗਨ ਹੋਵੇ, ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਵੇ, ਭਾਵ ਜੋ ਸਦਾ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੇਰਾ ਸਵਾਮੀ ਅਗਮ ਅਤੇ ਅਗੋਚਰ ਹੈ, ਭਾਵ ਮੇਰਾ ਮਾਲਕ ਪਰਮਾਤਮਾ ਅਪਹੁੰਚ ਹੈ। ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ। ਉਹ ਹਰ ਇੱਕ ਦੇ ਹਿਰਦੇ ਵਿੱਚ ਵਸ ਰਿਹਾ ਹੈ। ਉਹ ਸਭ ਜੀਵਾਂ ਦੇ ਨੇੜੇ ਹੋ ਕੇ ਵਰਤ ਰਿਹਾ ਹੈ ਜੀ। ਉਹਨਾਂ ਦੇ ਅੰਦਰ ਵਸ ਰਿਹਾ ਹੈ ਜੀ। ਫਿਰ ਵੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਸਭ ਦੀ ਜਿੰਦ ਜਾਨ ਹੈ ਜੀ। ਸਭ ਦੀ ਆਤਮਾ ਹੈ, ਸਭ ਦਾ ਆਪਾ ਹੈ। ਉਸ ਸਭ ਦੇ ਆਪੇ ਪਰਮਾਤਮਾ ਨੂੰ ਕੋਈ ਵਿਰਲਾ ਸਾਧਕ ਹੀ ਪਹਿਚਾਣ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ ਕਿ ਜਿਹੜਾ ਉਸਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਉਹ ਆਪਣੇ ਮਨ ਵਿੱਚ ਉਸ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ। ਉਸ ਦੀ ਮਰਜ਼ੀ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਜੀ। ਅਤੇ ਉਹ ਸਾਧਕ ਸਦਾ ਸਹਿਜ ਅਤੇ ਸੰਤੋਖ ਦੀ ਅਵਸਥਾ ਵਿੱਚ ਤ੍ਰਿਪਤ ਹੋਇਆ ਰਹਿੰਦਾ ਹੈ ਜੀ। ਅਤੇ ਮਾਲਕ ਦੇ ਭਾਣੇ ਵਿੱਚ ਰਹਿ ਕੇ ਸਦਾ ਆਨੰਦ ਮਾਣਦਾ ਹੈ ਜੀ। ਭਾਵ ਜਿਹੜੇ ਗੁਰਮੁਖ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿੱਚ
ਟਿਕੇ ਰਹਿੰਦੇ ਹਨ। ਉਹ ਸੰਤੋਖ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਤ੍ਰਿਸ਼ਨਾ ਵੱਲੋਂ ਹਮੇਸ਼ਾ ਰੱਜੇ ਰਹਿੰਦੇ ਹਨ। ਉਹਨਾਂ ਨੂੰ ਮਾਇਆਵੀ ਵਿਕਾਰ ਤੰਗ ਨਹੀਂ ਕਰਦੇ ਹਨ ਜੀ। ਦੇਵਨਹਾਰ ਪਰਮਾਤਮਾ ਨੇ ਜਿਸ ਨੂੰ ਸਹਾਇਤਾ ਲਈ ਪਰਮਾਤਮਾ ਨੇ ਆਪਣੀ ਬਾਂਹ ਪਕੜਾਈ ਹੈ, ਪਰਮਾਤਮਾ ਦੀ ਸਿਰਫ ਸਲਾਹ ਮਾਨੋ ਇੱਕ ਫੱਕੀ ਹੈ। ਦੇਵਨਹਾਰ ਪਰਮਾਤਮਾ ਨੇ ਇਸ ਜੀਵ ਬਾਲਕ ਨੂੰ ਇਹ ਫੱਕੀ ਉਸ ਦੇ ਹੱਥ ਦੀ ਤਲੀ ਤੇ ਰੱਖ ਦਿੱਤੀ ਹੈ ਜੀ। ਫਿਰ ਉਸ ਦੇ ਜਨਮ ਮਰਨ ਦੇ ਸਾਰੇ ਗੇੜ ਵਿੱਚ ਆਉਣ ਵਾਲੇ ਸਾਰੇ ਦੁੱਖ ਰੋਗ ਦੂਰ ਕਰ ਦਿੱਤੇ ਹਨ ਜੀ। ਗੁਰੂ ਜੀ ਆਖਦੇ ਹਨ ਕਿ ਹੇ ਨਾਨਕ, ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਸੇਵਕ ਪ੍ਰਭੂ ਨੂੰ ਬਣਾ ਲਿਆ ਹੈ, ਪ੍ਰਭੂ ਨੇ ਜਿਨ੍ਹਾਂ ਨੂੰ ਆਪਣੇ ਸੇਵਕ ਬਣਾ ਲਿਆ ਹੈ, ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਆਤਮਕ ਆਨੰਦ ਮਾਣਦੇ ਹਨ ਜੀ। ਭਾਵ ਗੁਰਬਾਣੀ ਦੁਆਰਾ ਸਹਿਜ ਸਮਾਧੀ ਦਾ ਰੰਗ ਮਾਣਦੇ ਹਨ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਰੇ ਸੁੱਖ ਗੁਰੂ ਦੀ ਪ੍ਰਸੰਨਤਾ ਉੱਤੇ ਨਿਰਭਰ ਹਨ। ਗੁਰੂ ਦੀ ਕਿਰਪਾ ਹੋਵੇ ਤਾਂ ਹੀ ਮਨ ਵਿੱਚ ਪ੍ਰੇਮ ਉਪਜਦਾ ਹੈ। ਪ੍ਰੇਮ ਤੋਂ ਵਿਰਾਗ ਨਾਲ ਸਹਿਜ ਸਮਾਧੀ ਲੱਗਦੀ ਹੈ। ਇਸ ਸਮਾਧੀ ਦਾ ਰਸ ਉਹੀ ਮਨੁੱਖ ਜਾਣ ਸਕਦਾ ਹੈ ਜੋ ਹੁਕਮ ਵਿੱਚ ਹੋਵੇ। ਇਸ ਸਮਾਧੀ ਦੇ ਦੋ ਫਲ ਹਨ, ਖੇੜਾ ਅਤੇ ਸੰਤੋਖ। ਕਿਸੇ ਵਿਰਲੇ ਗੁਰਮੁਖ ਜੀਵੜੇ ਨੂੰ ਇਸ ਅਵਸਥਾ ਦੇ ਰੰਗ ਮਾਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜੀ। ਉਸ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ ਕਿ ਉਹ ਹਰ ਜਰੇ ਜਰੇ ਵਿੱਚ ਉਸ ਇੱਕੋ ਜੋਤ ਦਾ ਪ੍ਰਕਾਸ਼ ਦੇਖਦਾ ਹੈ ਜੀ। ਉਹ ਦੁਨੀਆ ਦੇ ਤਮਾਸ਼ੇ ਦੇਖਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ ਜੀ, ਕਿਉਂਕਿ ਉਸਨੇ ਆਪਾ ਪਛਾਣ ਲਿਆ ਹੁੰਦਾ ਹੈ। ਇਸ ਲਈ ਉਸਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਜੀ। ਉਹ ਪਿਆਰੇ ਦਾ ਜਸ ਰਸੀਆ ਬਣ ਕੇ ਦੁਨਿਆਵੀ ਪਦਾਰਥਾਂ ਵੱਲੋਂ ਰੱਜਿਆ ਰਹਿੰਦਾ ਹੈ ਅਤੇ ਪ੍ਰਾਪਤ ਹੋਈ ਦਾਤ ਨੂੰ ਹੰਕਾਰ ਨਾਲ ਨਹੀਂ ਵਰਤਦਾ ਜੀ। ਅਤੇ ਜਿਹੜਾ ਮਨੁੱਖ ਅਕਾਲ ਪੁਰਖ ਦਾ ਹੁਕਮ ਪਛਾਣ ਲੈਂਦਾ ਹੈ, ਉਹ ਉਸ ਦੇ ਭਾਣੇ ਵਿੱਚ ਵਿਚਰਦਾ ਹੈ ਅਤੇ ਉਹੀ ਉਸ ਪ੍ਰਭੂ ਨੂੰ ਮਿਲਦਾ ਹੈ। ਮਿਲਣ ਦੀ ਮੋਹਰ ਛਾਪ ਇਹ ਹੈ ਕਿ ਉਸ ਦੇ ਮਨ ਵਿੱਚ ਕੇਵਲ ਇੱਕੋ ਸੱਚੇ ਦੀ ਟੇਕ ਹੁੰਦੀ ਹੈ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਜੀਵਨ ਗੁਰੂਆਂ ਦੀ ਦਿੱਤੀ ਦਾਤ ਗੁਰਬਾਣੀ ਦੀ ਸਿੱਖ ਲੈ ਕੇ ਉਸ 'ਤੇ ਚੱਲੀਏ ਅਤੇ ਆਪਣੇ ਸੱਚੇ ਤਨ ਮਨ ਧਨ ਨਾਲ ਉਸ ਦੇ ਸੱਚ 'ਤੇ ਚੱਲੀਏ। ਪਰਮਾਤਮਾ ਦਾ ਨਾਮ ਸੱਚ ਹੈ। ਉਸ ਦੇ ਪ੍ਰਸੰਨ ਹੋਣ ਨਾਲ ਗੁਰੂ ਦੇ ਚਰਨ ਹਿਰਦੇ ਵਿੱਚ ਆ ਵਸਦੇ ਹਨ। ਭਾਵ ਉਸ ਦੀ ਕਿਰਪਾ ਮਿਹਰ ਕਾਰਨ ਸਾਡਾ ਮਨ ਚਿੱਤ ਨਾਮ ਵਿੱਚ ਲੱਗਣ ਲੱਗ ਪੈਂਦਾ ਹੈ ਜੀ ਅਤੇ ਸਹਿਜ ਸਮਾਧੀ ਲੱਗ ਜਾਂਦੀ ਹੈ। ਅੰਦਰ ਵਸਦੇ ਪਰਮਾਤਮਾ ਦੀ ਜੋਤ ਦਾ ਅਹਿਸਾਸ ਹੋ ਜਾਂਦਾ ਹੈ ਜੀ। ਪਰਮਾਤਮਾ ਦੇ ਹੁਕਮ ਨੂੰ ਪਛਾਣਨਾ ਹੀ ਸੰਜੋਗੀ ਘੜੀ ਦਾ ਪ੍ਰਾਪਤ ਹੋਣਾ ਹੈ ਜੀ। ਪਰਮ ਸੱਤਾ ਦੀ ਸਹਾਇਤਾ ਨਾਲ ਆਵਾਗਣ ਕੱਟਿਆ ਜਾਂਦਾ ਹੈ ਜੀ ਅਤੇ ਸਾਰੀਆਂ
ਤ੍ਰਿਸ਼ਨਾ ਮਾਇਆ ਵੀ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।